ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਲਓ ਜੀ, ਅੱਜ ਅਸੀਂ ਬੜੀ ਮਜ਼ੇਦਾਰ ਕਿਸਮ ਦੀ ਇੱਕ ਡਿਸ਼ ਬਣਾਵਾਂਗੇ ਪਿਆਜ਼ਾਂ ਦੇ ਨਾਲ। ਤੇ ਆਲੂ ਖਾ ਕੇ ਜਿਹੜਾ ਬੰਦਾ ਹੋ ਚੁੱਕਿਆ ਹੈ ਬੋਰ, ਤੇ ਉਹ ਅੱਜ ਚੱਕ ਲਵੇ ਮੇਰੇ ਤਰ੍ਹਾਂ ਪਿਆਜ਼। ਤੇ ਪਿਆਜ਼ ਲੈਣੇ ਨੇ ਥੋੜ੍ਹੇ ਵੱਡੇ ਸਾਈਜ਼ ਦੇ, ਤੇ ਇਹਨਾਂ ਨੂੰ ਪਹਿਲੇ ਲੈਣਾ ਹੈ ਛਿੱਲ ਤੁਸੀਂ, ਤੇ ਬਾਅਦ ਵਿੱਚ ਇਹਨੂੰ ਐਵੇਂ ਕੱਟ ਲੈਣਾ। ਕੱਟ ਕੇ ਤੇ ਇਹਦੇ ਸਾਰੇ ਹੀ ਰਿੰਗ ਤੁਸੀਂ ਅਲੱਗ-ਅਲੱਗ ਕਰ ਲੈਣੇ ਨੇ, ਤੇ ਥੋੜ੍ਹੇ ਵੱਡੇ ਸਾਈਜ਼ ਦੇ ਹੋਣੇ ਚਾਹੀਦੇ ਨੇ। ਐਵੇਂ ਤੁਸੀਂ ਸਾਰੇ ਹੀ ਰਿੰਗ ਜਿਹੜੇ ਨੇ ਅਲੱਗ-ਅਲੱਗ ਕਰ ਲੈਣੇ ਨੇ, ਤੇ ਇਹਨਾਂ ਨੂੰ 10-15 ਮਿੰਟ ਵਾਸਤੇ ਠੰਡੇ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦੇਣਾ, ਤੇ ਤਾਂ ਕਿ ਥੋੜ੍ਹੇ ਜਿਹੇ ਸਖਤ ਹੋ ਜਾਣ। ਬਾਅਦ ਵਿੱਚ ਕਿਚਨ ਟਾਵਲ ਲੈ ਕੇ ਤੇ ਇਹਨਾਂ ਨੂੰ ਤੁਸੀਂ ਸਾਫ਼ ਕਰ ਲੈਣਾ, ਤੇ ਥੋੜ੍ਹੇ ਜਿਹੇ ਆਕੜ ਜਾਣਗੇ ਜਦੋਂ, ਤੇ ਫਿਰ ਤੁਸੀਂ ਇਹਨਾਂ ਨੂੰ ਬਾਹਰ ਕੱਢ ਲੈਣਾ ਤੇ ਸੁਕਾ ਲੈਣਾ। ਲਓ ਜੀ, ਪਹਿਲੇ ਦੇ ਵਿੱਚ ਅਸੀਂ ਪਾ ਲਿਆ 2 ਤੋਂ 3 ਚਮਚ ਬੇਸਨ ਦੇ, ਤੇ ਉਹਦੇ ਵਿੱਚ ਪਾਈਏ ਮਾੜੀ ਕੁ ਜਿਹੀ ਹਲਦੀ, ਤੇ ਉਹਦੇ ਵਿੱਚ ਪਾਈ ਅੱਧੀ ਚਮਚੀ ਲੂਣ ਦੀ, ਤੇ ਅੱਧੀ ਚਮਚੀ ਪਾਈ ਅਸੀਂ ਲਾਲ ਮਿਰਚਾਂ ਦੀ, ਤੇ ਮਾੜਾ ਜਿਹਾ ਪਾਇਆ ਜ਼ੀਰਾ, ਤੇ ਥੋੜ੍ਹੀ ਜਿਹੀ ਪਾਈ ਜਵੈਣ, ਤੇ ਨਾਲ ਹੀ ਪਾ ਦਿੱਤੀ ਥੋੜ੍ਹੀ ਜਿਹੀ ਸੁੱਕੀ ਮੇਥੀ। ਤੇ ਐਵੇਂ ਕਰਕੇ ਅਸੀਂ ਇਹਨੂੰ ਪਾਣੀ ਲਾ ਕੇ ਤੇ ਥੋੜ੍ਹਾ ਜਿਹਾ ਇਹਨੂੰ ਘੋਲ ਲਾਂਗੇ ਚੰਗੀ ਤਰ੍ਹਾਂ। ਇੰਨਾ ਅਸੀਂ ਇਹਨੂੰ ਘੋਲਾਂਗੇ ਕਿ ਪਾਣੀ ਜਿਹੜਾ ਵਾ ਜ਼ਿਆਦਾ ਨਾ ਪੈ ਜਾਏ, ਥੋੜ੍ਹਾ ਜਿਹਾ ਆਰਾਮ ਨਾਲ ਘੋਲਾਂਗੇ, ਤਾਂ ਕਿ ਸਾਰੇ ਹੀ ਪਿਆਜ਼ਾਂ ਦੇ ਉੱਤੇ ਜਿਹੜਾ ਇਹ ਬੇਸਣ ਵਾਲਾ ਮਸਾਲਾ ਸਾਡਾ ਇਹ ਲੱਗ ਜਾਏ। ਲਓ ਜੀ, ਉੱਤੋਂ ਦੀ ਅਸੀਂ ਕਰਾਂਗੇ ਬ੍ਰੈਡ ਕਰੰਬਸ ਦੀ ਕੋਟਿੰਗ। ਬ੍ਰੈਡ ਕਰੰਬਸ ਜਿਹੜੇ ਨੇ ਉਹ ਜ਼ਰਾ ਬੇਸਣ ਨੂੰ ਟਿਕਾ ਕੇ ਰੱਖਣਗੇ, ਤੇ ਪਿਆਜ਼ ਜਿਹੜੇ ਸਾਡੇ ਬੜੇ ਹੀ ਮਜ਼ੇਦਾਰ ਕਿਸਮ ਦੇ ਬਣਨਗੇ। ਐਵੇਂ ਕਰਕੇ ਇਹਨਾਂ ਨੂੰ ਫਿਰ ਥੋੜ੍ਹੇ ਜਿਹੇ ਘਿਓ ਦੇ ਵਿੱਚ ਪਾ ਕੇ ਤੇ ਕਰ ਲੈਣਾ ਹਲਕਾ ਜਿਹਾ ਬਰਾਊਨ। ਇੱਕ ਸਾਈਡ ਜਿਵੇਂ ਹੀ ਹਲਕੀ ਜਿਹੀ ਬਰਾਊਨ ਹੋਵੇ, ਤੇ ਦੂਸਰੀ ਸਾਈਡ ਤੋਂ ਤੁਸੀਂ ਇਹਨੂੰ ਬਰਾਊਨ ਕਰ ਲੈਣਾ। ਤੇ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ ਹੀ ਕੋਈ ਨਹੀਂ ਤੁਹਾਨੂੰ, ਬਸ ਮਾੜਾ ਮੋਟਾ ਕੰਮ ਕਰਿਆ ਕਰੋ, ਜ਼ਿਆਦਾ ਨਾ ਕਰਿਆ ਕਰੋ, ਐਵੇਂ ਕਿਤੇ ਸਿਹਤ ਖਰਾਬ ਹੋ ਗਈ ਤੇ ਫਿਰ ਦਵਾਈਆਂ ਜੋਗੇ ਰਹਿ ਜਾਵਾਂਗੇ। ਚਲੋ ਜੀ, ਐਵੇਂ ਬਸ ਥੋੜ੍ਹੀ ਬਹੁਤੀ ਇਹਨੂੰ ਹਿਲਾਉਣਾ ਹੈ, ਜ਼ਿਆਦਾ ਇਹਦੇ ਨਾਲ ਤੁਸੀਂ ਪੰਗਾ ਨਹੀਂ ਲੈਣਾ, ਕਿਉਂਕਿ ਪਿਆਜ਼ ਜਿਹੜੇ ਹੁੰਦੇ ਨੇ ਨਾ, ਇਹ ਖਾਸ ਇੱਕ ਕੌਮ ਹੈ, ਉਹੀ ਖਾਂਦੀ ਹੈ ਸ਼ੌਕ ਦੇ ਨਾਲ। ਅਤੇ ਜੇ ਦੂਸਰਾ ਕੋਈ ਜ਼ਿਆਦਾ ਓਵਰ ਹੋ ਜਾਏ ਇਹਨਾਂ ਦੇ ਨਾਲ, ਤਾਂ ਫਿਰ ਤਰਾਹ ਨਿਕਲ ਜਾਂਦਾ ਹੈ। ਅਤੇ ਐਵੇਂ ਕਰਕੇ ਜੀ ਸਾਡੀ ਹੋ ਗਈ ਹੈ ਡਿਸ਼ ਰੈਡੀ। ਤੁਸੀਂ ਇਹਦਾ ਸਾਰਾ ਹੀ ਜਿਹੜਾ ਘਿਓ ਹੈ ਥੋੜ੍ਹਾ ਡਰੇਨ ਕਰ ਲੈਣਾ ਹੈ ਟਿਸ਼ੂ 'ਤੇ ਰੱਖ ਕੇ, ਅਤੇ ਬਾਅਦ ਵਿੱਚ ਐਵੇਂ ਇਹਨੂੰ ਸਰਵ ਕਰਨਾ ਹੈ। ਸਾਰੇ ਹੀ ਇਹਨੂੰ ਭੱਜ ਕੇ ਪੈਣਗੇ, ਜਿਵੇਂ ਆਲੂਆਂ ਤੋਂ ਬੋਰ ਹੋਏ ਪਏ ਨੇ ਸਾਰੇ। ਪਿਆਜ਼ਾਂ ਵਾਲੇ ਪਕੌੜੇ ਅੱਜ ਖਾ ਕੇ ਤੇ ਬੜੇ ਹੀ ਖੁਸ਼ ਹੋਣਗੇ। ਮਜ਼ੇਦਾਰ ਕਿਸਮ ਦੇ ਸਾਡੇ ਪਕੌੜੇ ਬਣ ਗਏ ਨੇ। ਚਲੋ ਜੀ, ਤੁਸੀਂ ਇਹਨੂੰ ਇੰਜੋਏ ਕਰੋ, ਭਾਵੇਂ ਇਹਨੂੰ ਖਾਓ ਦਹੀਂ ਦੀ ਚਟਨੀ ਨਾਲ, ਅਤੇ ਨਾਲ ਭਾਵੇਂ ਖਾਓ ਕੈਚਅਪ। ਲਓ ਜੀ, ਫਿਰ ਸਾਨੂੰ ਕਰੋ ਯਾਦ।